हेलो दोस्तों, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ 10th ਦੇ ਟੌਪਿਕ ਵਾਸਤਵਿਕ ਸੰਖਿਆਵਾਂ ਦੀ। ਫਸਟ ਟੌਪਿਕ ਦੀ ਗੱਲ ਕਰਨ ਜਾ ਰਹੇ ਹਾਂ। ਉਸ ਦੇ ਵਿੱਚ ਆਪਾਂ ਯੂਕਲਿਡ, ਵੰਡ, ਪਰਿਮੇਯ, ਯੂਕਲਿਡ, ਡਿਵੀਜ਼ਨ, ਲੈਮਾ, ਇਸ ਦੀ ਗੱਲ ਕਰ ਰਹੇ ਹਾਂ। ਇਸ ਤੋਂ ਪਹਿਲਾਂ ਤੁਸੀਂ ਇਸ ਦੇ ਯੂਕਲਿਡ ਦੇ ਵੰਡ ਐਲਗੋਰਿਥਮ ਰਾਹੀਂ ਮਹੱਤਵ ਸਮਾਵਰਤਕ ਕੱਢ ਚੁੱਕੇ ਹੋ। ਅੱਜ ਆਪਾਂ ਇੱਥੇ ਜੋ ਗੱਲ ਕਰਨੀ ਹੈ, ਆਪਾਂ ਇੱਕ ਸੰਖਿਆ ਤੇ ਗੱਲ ਕਰਨੀ ਹੈ, ਨੰਬਰਸ ਤੇ ਗੱਲ ਕਰਨੀ ਹੈ ਕਿ ਉਹਦੇ ਬਿਹਾਫ ਤੇ ਨੰਬਰ ਕਿਵੇਂ ਬਣਦੇ ਆ। ਤੇ ਯੂਕਲਿਡ ਦੇ ਵਿੱਚ ਆਪਾਂ ਨੂੰ ਪਤਾ ਹੈ A ਅਤੇ B ਕੋਈ ਵੀ ਦੋ ਸੰਪੂਰਨ ਸੰਖਿਆਵਾਂ ਲਈ विलक्षण संपूर्ण संख्यावां Q ਅਤੇ R ਹਨ। ਤਾਂ ਜੋ A बराबर BQ प्लस R, 0 ਲੈਸ ਦੈਨ बराबर R ਲੈਸ ਦੈਨ B। ਆਪਾਂ ਇਸ ਬਾਰੇ ਗੱਲ ਕਰ ਚੁੱਕੇ ਹਾਂ, है ना। मैं थोड़ी जी उदाहरण लेके समझाना तो ज़्यादा बेटर है। 17 ਨੂੰ 5 ਨਾਲ ਵੰਡਿਆ, 5 ਤੀਏ 15 ਘਟਾ ਕੀਤਾ, 2 ਬਾਕੀ ਆ ਗਿਆ। ਇੱਥੇ 5 ਆਪਣੇ ਕੋਲੇ ਭਾਜਕ ਹੈ, 3 ਆਪਣੇ ਕੋਲੇ ਭਾਗਫਲ ਹੈ, 17 ਆਪਣੇ ਕੋਲੇ ਭਾਜਫਲ ਹੈ ਤੇ 2 ਆਪਣੇ ਕੋਲ ਕੀ ਹੈ, ਬਾਕੀ ਹੈ। ਤੇ ਆਪਾਂ ਜਦੋਂ ਛੋਟੀਆਂ ਕਲਾਸਾਂ ਦੇ ਵਿੱਚ ਵੰਡ ਦੀ ਜਾਂਚ ਕਰਦੇ ਹੁੰਦੇ ਸੀ, ਆਪਾਂ ਕਿਵੇਂ ਕਰਦੇ ਹੁੰਦੇ ਸੀ ਕਿ ਭਾਜਫਲ ਬਰਾਬਰ ਭਾਜਕ ਗੁਣਾ ਭਾਗਫਲ ਪਲਸ ਬਾਕੀ। ਯਾਦ ਹੋਵੇ ਤੁਹਾਡੇ, 3 ਦੀ 5 ਨਾਲ ਗੁਣਾ ਕਰਦੇ, 5 ਦੀ 15 ਤੇ 2 17 ਆਪਣੇ ਕੋਲ ਆਉਂਦਾ ਹੁੰਦਾ ਹੈ ਨਾ। ਆਪਾਂ ਛੋਟੀਆਂ ਕਲਾਸਾਂ ਦੇ ਵਿੱਚ ਇਸ ਵੰਡ ਦੀ ਆਪਾਂ ਜਾਂਚ ਕਰਦੇ ਹੁੰਦੇ ਸੀ। ਸੇਮ ਚੀਜ਼ ਇੱਥੇ ਹੈ। A ਨੂੰ ਕੀ ਲਿਖਿਆ ਗਿਆ, ਭਾਜਫਲ, B ਨੂੰ ਭਾਜਕ, Q ਨੂੰ ਭਾਗਫਲ ਤੇ R ਨੂੰ ਬਾਕੀ। ਤਾਂ ਜੋ ਉਹ ਕਨਸੈਪਟ ਸੀ ਆਪਣਾ, ਉਹੀ ਕਨਸੈਪਟ ਹੈ, ਫਰਕ ਹੀ ਪੈ ਗਿਆ। ਆਪਾਂ ਉੱਥੇ ਡਾਇਰੈਕਟ ਹੱਲ ਕਰਦੇ ਸੀ, ਉਰੇ ਉਹਨਾਂ ਨੇ ਨੰਬਰਸ ਦੇਤਾ। ਉੱਥੇ ਆਪਣੇ ਕੋਲੇ ਪਲੱਸ ਦੀਆਂ ਸੰਖਿਆਵਾਂ ਸੀ, ਇੱਥੇ ਸੰਪੂਰਨ ਸੰਖਿਆਵਾਂ ਆ ਗਈਆਂ ਪਲੱਸ ਤੇ ਮਾਈਨਸ ਦੀਆਂ। ਦੂਸਰੀ ਗੱਲ, ਜਦੋਂ ਆਪਾਂ ਵੰਡ ਕਰਦੇ ਸੀ, ਮੈਂ ਇੱਕ ਦੁਬਾਰਾ ਵੰਡ ਇਸੇ ਨੂੰ ਫੇਰ ਕਰ ਰਿਹਾ, 5 ਦੂਣੀ 10 7। ਕੀ ਇਹ ਵੰਡ ਆਪਣੀ ਸਹੀ ਹੈ? ਨਹੀਂ। ਕਿਉਂ? ਕਿਉਂਕਿ ਆਪਾਂ ਨੂੰ ਇਹ ਦੱਸਿਆ ਜਾਂਦਾ ਸੀ ਵੀ ਜਿਹੜਾ ਬਾਕੀ ਹੈ ਉਹ ਭਾਜਕ ਤੋਂ ਛੋਟਾ ਹੋਣਾ ਚਾਹੀਦਾ ਹੈ ਨਾ। ਆਹ ਦੇਖੋ, R ਹੋ ਗਿਆ ਬਾਕੀ, B ਹੋ ਗਿਆ ਭਾਜਕ, ਬਾਕੀ ਛੋਟਾ ਹੈ ਭਾਜਕ ਤੋਂ, ਨੰਬਰ 1। ਇਹ 0 ਵੀ ਹੋ ਸਕਦਾ, 1 ਵੀ ਹੋ ਸਕਦਾ, 2 ਵੀ, 3 ਵੀ, 4 ਵੀ। ਕਿਉਂਕਿ ਜਦੋਂ ਆਪਾਂ 5 ਨਾਲ ਵੰਡਦੇ ਹਾਂ, ਇਹ ਪੂਰਾ ਵੀ ਵੰਡਿਆ ਜਾ ਸਕਦਾ, ਇਹ ਬਾਕੀ 1 ਵੀ ਦੇ ਸਕਦਾ, 2 ਵੀ ਦੇ ਸਕਦਾ, 3 ਵੀ ਦੇ ਸਕਦਾ ਤੇ 4 ਵੀ ਦੇ ਸਕਦਾ। ਤੇ ਜਿਹੜਾ ਬਾਕੀ ਹੈ 0 ਤੋਂ ਵੱਡਾ ਚਾਹੀਦਾ, ਪਰ ਤੇ 0 ਦੇ ਬਰਾਬਰ ਵੀ ਹੋ ਸਕਦਾ। ਤਾਂ ਇਹ ਸ਼ਰਤ ਦਾ ਮਤਲਬ ਇਹ ਹੈ ਬਾਕੀ 0 ਤੋਂ ਵੱਡਾ ਜਾਂ 0 ਦੇ ਬਰਾਬਰ ਹੋਵੇ, ਪਰ ਭਾਜਕ ਤੋਂ ਕੀ ਹੋਵੇ, ਛੋਟਾ। ਇਹ ਆਪਾਂ ਗੱਲਾਂ ਆਲਰੇਡੀ ਕਰ ਚੁੱਕੇ ਹਾਂ, ਸਿਰਫ ਫਰਕ ਹੀ ਪੈ ਗਿਆ, ਉਹਨੂੰ ਆਪਾਂ ਮੈਥ ਰੂਪ ਦੇ ਵਿੱਚ ਦੇਤਾ। ਤਾਂ ਫਿਰ ਇਹਨਾਂ ਦਾ ਮਤਲਬ ਕੀ ਹੋਇਆ, ਅਗਰ ਕਿਸੇ ਸੰਖਿਆ ਨੂੰ 2 ਨਾਲ ਵੰਡਿਆ ਜਾਂਦਾ ਹੈ ਤਾਂ ਬਾਕੀ 0 ਜਾਂ 1 ਆਏਗਾ। ਅਗਰ ਕਿਸੇ ਸੰਖਿਆ ਨੂੰ 2 ਨਾਲ ਵੰਡਿਆ ਜਾਂਦਾ ਹੈ ਤਾਂ ਜਿਹੜਾ ਬਾਕੀ ਹੈ 0 ਜਾਂ 1 ਆਏਗਾ। ਸੇਮ ਅਗਰ ਆਪਾਂ ਨੂੰ ਮੰਨ ਲਓ 3 ਨਾਲ ਵੰਡ ਦਈਏ ਕਿਸੇ ਵੀ ਸੰਖਿਆ ਨੂੰ, ਜੇ ਕਿਸੇ ਸੰਖਿਆ ਨੂੰ 3 ਨਾਲ ਵੰਡਿਆ ਜਾਂਦਾ ਹੈ ਤਾਂ ਬਾਕੀ ਕਿਹੜੇ ਕਿਹੜੇ ਹੋ ਸਕਦੇ ਆ, 0 1 ਜਾਂ 2 ਹੋਣਗੇ। ਠੀਕ। ਸੇਮ
अगर आप संख्या ਨੂੰ 4 ਨਾਲ ਵੰਡ ਦਈਏ ਤਾਂ ਬਾਕੀ 0 1 2 ਜਾਂ 3 ਹੋਣਗੇ। ਤਾਂ ਇਸ ਤਰੀਕੇ ਦੇ ਨਾਲ ਆਪਾਂ ਕੁਐਸਚਨ ਕੀਤੇ ਹੋਏ ਨੇ ਛੋਟੀ ਕਲਾਸ ਦੇ ਵਿੱਚ। ਹੁਣ ਆਪਾਂ ਅੱਗੇ ਚੱਲਦੇ ਹਾਂ ਇਸੇ ਫਾਰਮੇਸ਼ਨ ਨੂੰ ਅੱਗੇ ਲੈ ਕੇ ਜੋ ਆਪਣੇ ਕੋਲੇ ਸੰਖਿਆਵਾਂ ਨੇ ਕੋਈ ਵੀ ਆਪਾਂ ਸੰਖਿਆ ਦੀ ਗੱਲ ਕਰਦੇ ਹਾਂ ਉਹਨਾਂ ਦੇ ਸਟੈਂਡਰਡ ਰਿਜ਼ਲਟਸ ਦੀ ਗੱਲ ਕਰਦੇ ਹਾਂ। ਦੇਖੋ ਉਹ ਕੀ ਰਿਜ਼ਲਟਸ ਨੇ। ਸਭ ਤੋਂ ਪਹਿਲਾ ਕੁਐਸਚਨ ਹੈ पता करो कोई भी जिस्त संख्या 2 क्याऊ ਜਾਂ ਅਤੇ ਟਾਂਕ ਸੰਖਿਆ 2 क्याऊ प्लस ਦੇ रूप ਵਿੱਚ ਹੁੰਦੀ ਹੈ जिथे Q कोई भी संपूर्ण संख्या है। तो यह क्वेश्चन है कि है कोई भी जिस्त संख्या 2 क्याऊ के रूप च टांक संख्या 2 क्याऊ प्लस के रूप च होंदी है जिथे क्याऊ कोई भी संपूर्ण संख्या। ਇਹਦਾ ਕਨਸੈਪਟ ਕੀ ਹੈ ਮੈਂ ਉਦਾਹਰਨ ਲੈ ਰਿਹਾ ਆਪਾਂ ਕੁਝ ਉਦਾਹਰਨ ਦੇ ਵਰਕ ਕਰਦੇ ਹਾਂ। ਅਗਰ ਮੈਂ ਸੰਖਿਆਵਾਂ ਲਿਖਾਂ 1 2 3 4 5 6 7 8 9 10 11 12 13 14 ਠੀਕ ਹੈ। ਸਭ ਤੋਂ ਪਹਿਲਾਂ ਇਹਨਾਂ ਦਾ ਮਤਲਬ ਸਮਝੋ ਕੁਐਸਚਨ ਹੋ ਜਾਊਗਾ ਹੱਲ 2 ਕਿਉਂ। ਕੋਈ ਵੀ ਸੰਖਿਆ ਜਦੋਂ ਆਪਾਂ ਯੂਕਲਿਡ ਵੰਡ ਪ੍ਰਮੇय ਦੀ ਗੱਲ ਕੀਤੀ ਸੀ ਉਹ ਇਸ ਰੂਪ 'ਚ ਹੁੰਦੀ ਹੈ ਨਾ। ਅਗਰ ਇਹਨੂੰ ਮੈਂ ਇਸ ਰੂਪ 'ਚ ਲਿਖਣ ਦੀ ਕੋਸ਼ਿਸ਼ ਕਰਾਂ ਇਹ ਐਂ ਲਿਖਿਆ ਜਾਊਗਾ ਨਾ 2 ਕਿਉਂ ਪਲੱਸ 0 ਹੈ ਨਾ। ਤਾਂ ਫਿਰ ਅਗਰ ਇਹਦੇ ਨਾਲ ਦੇਖੀਏ ਤਾਂ ਇਹਦਾ ਮਤਲਬ ਕੀ ਹੋ ਗਿਆ ਸੰਖਿਆ ਕਿਹਦੇ ਨਾਲ ਵੰਡੀ ਗਈ 2 ਨਾਲ। ਜਦੋਂ ਸੰਖਿਆ ਨੂੰ 2 ਨਾਲ ਵੰਡਿਆ ਬਾਕੀ ਕੀ ਆ ਰਿਹਾ ਹੈ 0 ਆ ਰਿਹਾ ਹੈ ਤਾਂ ਇਹ ਕੀ ਹੈ ਜਿਸਤ ਸੰਖਿਆ। ਤੇ ਜਿਸਤ ਸੰਖਿਆ ਦੀ ਪਰਿਭਾਸ਼ਾ ਕੀ ਆਪਾਂ 6ਵੀਂ ਕਲਾਸ ਕੀਤੀ ਸੀ ਜਿਹੜੀ ਸੰਖਿਆ 2 ਤੇ ਵੰਡੀ ਜਾਂਦੀ ਹੈ ਆਹੀ ਗੱਲ ਹੈ। ਆਪਾਂ ਉੱਥੇ ਇੱਕ ਲਾਈਨ 'ਚ ਲਿਖਿਆ ਸੀ ਇੱਥੇ ਆਪਾਂ ਮੈਥ ਦੀ ਫਾਰਮ 'ਚ ਲਿਖਤਾ ਸਿਰਫ ਆ ਫਰਕ ਪਾਇਆ। ਆਪਾਂ ਕੀ ਕਹਿੰਦੇ ਹੁੰਦੇ ਸੀ ਜਿਸਤ ਸੰਖਿਆ ਜਿਹੜੀ 2 ਤੇ ਵੰਡੀ ਜਾਂਦੀ ਹੈ। ਹੁਣ ਮੈਂ ਇੱਥੇ ਕੀ ਲਿਖਿਆ ਜਿਸਤ ਸੰਖਿਆ ਜਿਹੜੀ 2 ਕਿਆਊ ਦੇ ਰੂਪ ਵਿੱਚ ਹੁੰਦੀ ਹੈ ਕਿਉਂਕਿ 2 ਕਿਆਊ ਦਾ ਮਤਲਬ ਕੀ ਹੋ ਗਿਆ ਬਾਕੀ ਹੋ ਗਿਆ 0 ਤਾਂ ਸੰਖਿਆ 2 ਤੇ ਵੰਡੀ ਗਈ। ਹੁਣ ਮੈਂ ਅਗਲੀ ਗੱਲ ਕਰਦਾ 2 ਕਿਆਊ ਪਲੱਸ 1 ਇਹਦਾ ਮਤਲਬ ਹੋ ਗਿਆ ਸੰਖਿਆ ਨੂੰ 2 ਨਾਲ ਵੰਡਿਆ ਗਿਆ ਤੇ ਬਾਕੀ ਕਿੰਨਾ ਆ ਗਿਆ 1 ਆ ਗਿਆ। ਜਦੋਂ ਕਿਸੇ ਸੰਖਿਆ ਨੂੰ 2 ਨਾਲ ਵੰਡਣ ਤੋਂ ਬਾਅਦ ਬਾਕੀ 1 ਬਚਦਾ ਹੈ ਉਹ ਦੋਸਤੋ ਕਿਹੜੀ ਸੰਖਿਆ ਹੁੰਦੀ ਹੈ ਟਾਂਕ ਸੰਖਿਆ। ਤਾਂ ਕੰਮ ਉਹੀ ਕਰ ਰਹੇ ਹਾਂ ਸਿਰਫ ਮੈਥਮੈਟੀਕਲ ਫਾਰਮ ਦੇ ਵਿੱਚ ਆਪਾਂ ਫਾਰਮੈਟ ਬਦਲਤਾ। ਦੇਖੋ ਧਿਆਨ ਨਾਲ ਇੱਧਰ ਇਹ 2 ਨਾਲ ਨਹੀਂ ਵੰਡੀ ਜਾਂਦੀ ਬਾਕੀ ਬਚ ਗਿਆ 1। ਇਹ 2 ਨਾਲ ਵੰਡੀ ਗਈ ਬਾਕੀ 0। ਇਹ 2 ਨਾਲ ਵੰਡ ਕੇ ਬਾਕੀ 1। ਇਹਨੂੰ 2 ਨਾਲ ਵੰਡਿਆ ਬਾਕੀ 0। ਇਹਨੂੰ ਵੰਡਿਆ 1 0। ਤਾਂ ਇਹਦਾ ਮਤਲਬ ਹੁਣ ਦੇਖੋ ਆਪਾਂ ਨੂੰ ਪਤਾ ਹੈ 2 4 6 8 10 ਕੀ ਨੇ ਜਿਸਤ ਸੰਖਿਆਵਾਂ ਨੇ ਬਾਕੀ 0 ਆ ਰਿਹਾ ਤੇ ਪਿੱਛੇ ਕਿਹੜੀਆਂ ਬਚ ਗਈਆਂ ਟਾਂਕ ਸੰਖਿਆਵਾਂ ਬਚ ਗਈਆਂ। ਤਾਂ ਕਨਸੈਪਟ ਉਹੀ ਆ ਦੋਸਤੋ ਸਿਰਫ ਇਹਦੀ ਫਾਰਮੇਸ਼ਨ ਦਾ ਉਰੇ ਆਪਾਂ ਫਰਕ ਪਾਤਾ। ਤਾਂ ਫਿਰ ਇਹਦਾ ਮਤਲਬ ਸਭ ਤੋਂ ਪਹਿਲੀ ਚੀਜ਼ ਇੱਥੇ ਭਾਜਕ ਕੀ ਹੈ ਸੰਖਿਆ ਨੂੰ ਕਿਹਦੇ ਨਾਲ ਵੰਡਿਆ ਗਿਆ ਹੈ 2 ਦੇ ਨਾਲ ਹੈ ਨਾ। ਤਾਂ ਕਿਵੇਂ ਲਿਖਾਂਗੇ ਕੁਐਸਚਨ ਦੇਖੋ ਯੂਕਲਿਡ ਵੰਡ ਪ੍ਰਮੇय ਦੁਆਰਾ A बराबर B क्यू प्लस R पहला लिखो। हुण सब तो इंपॉर्टेंट किहदे नाल वंडिया 2 नाल आ रहा भाजक B बराबर 2 भरन ते B नूं 2 भरिया 2 का मतलब की है क्योंकि आपां नूं उरे 2 नाल वंडन नूं कहा दोस्तों तो आपां इहनूं 2 दे नाल वंडिया किन्ना हो गया 2 क्यू प्लस R। हुण जदों किसी संख्या नूं 2 नाल वंडिया जांदा है तां जिहड़े बाकी है ਉਹ 0 ਅਤੇ 1 ਬਚਦਾ ਹੈ। ਆਪਾਂ ਹੀ ਗੱਲ ਕੀਤੀ ਸੀ ਨਾ ਜਦੋਂ ਕਿਸੇ ਸੰਖਿਆ ਨੂੰ 2 ਨਾਲ ਵੰਡਿਆ ਜਾਂਦਾ ਹੈ ਤਾਂ ਬਾਕੀ ਕੀ ਹੋ ਗਿਆ 0 ਤੇ 1 ਤਾਂ r ਬਰਾਬਰ ਹੈ 0 ਆ ਗਿਆ ਜਾਂ r ਬਰਾਬਰ ਹੈ 1। r ਨੂੰ 0 ਭਰੋ 2 ਕਿਉਂ ਚ 0 ਜੋੜੇ 2 ਕਿਉਂ r ਨੂੰ 1 ਭਰੋ ਆ ਗਿਆ। ਤਾਂ ਹੁਣ ਇਹ ਸੰਖਿਆ 2 ਤੇ ਵੰਡੀ ਗਈ ਨਾ ਤੇ ਆਪਾਂ ਨੂੰ ਪਤਾ ਜਿਹੜੀ ਸੰਖਿਆ 2 ਤੇ ਵੰਡੀ ਜਾਂਦੀ ਹੁੰਦੀ ਹੈ ਕਿਹੜੀ ਹੁੰਦੀ ਹੈ ਜਿਸਤ। ਇਹਨੂੰ 2 ਨਾਲ ਵੰਡਣ ਤੋਂ ਬਾਅਦ 1 ਬਾਕੀ ਬਚ ਗਿਆ ਤੇ ਉਹ ਕਿਹੜੀ ਹੁੰਦੀ ਹੈ ਟਾਂਕ। ਇਸ ਲਈ ਕੋਈ ਵੀ
जिस्त संख्या 2Q ਅਤੇ ਟਾਂਕ ਸੰਖਿਆ 2Q + 1 ਦੇ रूप ਵਿੱਚ ਹੁੰਦੀ ਹੈ। ਤਾਂ ਇਹ ਆਪਣਾ ਪਹਿਲਾ क्वेश्चन है। ਹੁਣ ਆਪਾਂ ਇੱਕ ਹੋਰ क्वेश्चन ਲੈ ਕੇ ਚੱਲਦੇ ਹਾਂ। ਥੋੜਾ ਜਿਹਾ ਮੈਂ ਹੋਰ ਕਲੀਅਰ ਕਰਦਾ ਤੁਹਾਨੂੰ ਇਸ ਟੌਪਿਕ ਨੂੰ। ज़्यादा ਇਹ ਕੁਛ ਨਹੀਂ ਹੈਗਾ, ਕੰਮ ਉਹੀ ਹੈ ਜੋ ਆਪਾਂ 6ਵੀਂ ਕਲਾਸ ਤੋਂ ਕਰਦੇ ਆ ਰਹੇ ਹਾਂ। ਪਰਿਭਾਸ਼ਾਵਾਂ ਉਹੀ ਨੇ, ਉਹਨੂੰ ਆਪਾਂ ਮੈਥ ਦੀ ਭਾਸ਼ਾ 'ਚ ਲਿਖਤਾ। ਦੇਖੋ ਅਗਲੀ ਇੱਕ ਉਦਾਹਰਨ ਲੈ ਰਿਹਾ ਮੈਂ। ਪਤਾ ਕਰੋ ਕੋਈ ਵੀ ਟਾਂਕ ਸੰਖਿਆ 4m + 1 ਜਾਂ 4m + 3 ਦੇ रूप ਵਿੱਚ ਹੁੰਦੀ ਹੈ ਜਿੱਥੇ m ਕੋਈ ਵੀ ਸੰਪੂਰਨ ਸੰਖਿਆ ਹੈ। ਤਾਂ ਹੁਣ ਇੱਥੇ ਕੁਐਸਚਨ ਦੇਖੋ ਕੀ ਆ ਗਿਆ ਕਿ ਪਤਾ ਕਰੋ ਕੋਈ ਵੀ ਟਾਂਕ ਸੰਖਿਆ 4m + 1 ਜਾਂ 4m + 3 ਦੇ ਰੂਪ ਵਿੱਚ ਹੁੰਦੀ ਹੈ ਜਿੱਥੇ m ਕੋਈ ਵੀ ਸੰਪੂਰਨ ਸੰਖਿਆ ਹੈ। ਤਾਂ ਸਭ ਤੋਂ ਪਹਿਲਾਂ ਇਹ ਦੇਖੋ ਉਰੇ ਵੰਡਿਆ ਕਿਹਦੇ ਨਾਲ ਗਿਆ ਹੈ? 4 ਨਾਲ। ਤਾਂ ਇਹਦਾ ਮਤਲਬ ਇੱਥੇ ਜਿਹੜਾ ਭਾਜਕ ਹੈ ਉਹ 4 ਹੈ। ਤਾਂ ਇਹਦੇ ਕਹਿਣ ਪਹਿਲਾਂ ਦੇਖੋ ਸੰਖਿਆ ਦਾ ਮਤਲਬ ਸਮਝੋ। 4m + 1 ਦਾ ਮਤਲਬ ਕੀ ਹੈ? ਸੰਖਿਆ ਨੂੰ 4 ਨਾਲ ਵੰਡਿਆ ਗਿਆ, ਬਾਕੀ 1 ਬਚ ਗਿਆ। ਸੰਖਿਆ ਨੂੰ 4 ਨਾਲ ਵੰਡਿਆ ਗਿਆ, बाकी 3 बच गया। ਇਹਦਾ ਮਤਲਬ हल यूक्लिड वंड प्रमेय द्वारा A = BQ + R। ਭਾਜਕ 4 आ गया। एक चीज होर देखो इन्होंने Q की जगह ते M देता। दोस्तों इत्थे ना जो M है या Q है वो एक रिप्रजेंटेशन है। उदाहरण के तौर पर तुसी फॉर्मूले करते आ रहे हो A + B की घात 2 है ना, उत्थे आपां X ते Y भी लिख सकते हैं, P ते Q भी लिख सकते हैं। तो एक रिप्रजेंटेशन है फॉर्मूले की। सेम चीज़ इत्थे Q ते M एक रिप्रजेंटेशन है, Q भी लिख सकते हैं, M भी लिख सकते हैं। तो अगर M लिखा कोई गल नहीं, आपां Q की थां ते M भर देंगे, गल सारी घूम के उत्थे आनी है, उस नाल कोई फर्क नहीं पैंदा। तो A किहदे बराबर आ गया? B की थां ते 4 भरिया गया, 4m + R। हुण आपां संख्या नूं 4 नाल वंडिया है, जे 4 नाल वंडांगे बाकी 0 1 2 या 3 आएगा, है ना। अगर बाकी 0 आंदा है R0 4m + 0 4m 1, ये आपस नहीं जुड़ते क्योंकि इत्थे इंग्लिश के अखर इत्थे है नहीं। 2 ये भी नहीं जुड़ते, R की जगह ते की आ गया 3। तो हुण इहदा मतलब की हो गया? अगर आप मतलब ते आइए, संख्या 4 नाल वंडी गई, बाकी नहीं बचिया, तो जिहड़ी संख्या 4 ते वंडी जाती है वो किहड़ी संख्या हुंदी है? जिस्त, है ना। 4 ते वंडी गई 1 बच गया, वो किहड़ी हुंदी है दोस्तों? टांक। 4 ते वंडी गई बाकी 2 बच गए, तो वो भी फिर की होगी? जिस्त होगी, जोटे वाली होगी। 4 नाल वंडन तो बाद बाकी 3 बच गया, की हो गया? टांक। हुण देखो क्वेश्चन की है अपना, पता करो कोई भी टांक संख्या 4m + 1 ਜਾਂ 4m + 3 ਦੇ रूप ਵਿੱਚ ਹੁੰਦੀ ਹੈ। ਇਸ ਲਈ कोई भी टांक संख्या 4m + 1 ਜਾਂ 4m + 3 ਦੇ रूप ਵਿੱਚ ਹੁੰਦੀ ਹੈ ਜਿੱਥੇ m कोई भी एक संपूर्ण संख्या है। तो दोस्तों इस तरह के आप सवाल है। देखो सवाल मैं कुछ नहीं किया एक्सट्रा, आप सिर्फ उस अगे बढ़ाने। हुण आप एक उदाहरण यदि होर लैने जो अपनी किताब दे विच है वर्ग वाली, उत्थे की कहा उन्होंने, पता करो किसी संख्या दा वर्ग तीन जां
3m plus 1 ਦੇ ਰੂਪ ਵਿੱਚ ਹੁੰਦਾ ਹੈ ਜਿੱਥੇ m ਇੱਕ ਸੰਪੂਰਨ ਸੰਖਿਆ ਹੈ। ਹੱਲ। ਹੁਣ ਦੇਖੋ ਇੱਥੇ ਸਭ ਤੋਂ ਪਹਿਲੀ ਗੱਲ ਸੰਖਿਆ ਦਾ ਵਰਗ ਕਰਨ ਲਈ ਕਿਹਾ ਹੈ ਨਾ। ਆਪਾਂ ਉਦਾਹਰਨ ਲੈ ਕੇ ਕਰਦੇ ਹਾਂ। ਕਨਸੈਪਟ ਕੀ ਹੈ? ਸੰਖਿਆਵਾਂ ਨੇ 1 2 3 4 5 6 7 8 9 ਮੈਂ 10 ਤੱਕ ਲਿਖਿਆ। ਇਹਨਾਂ ਦੇ ਵਰਗ ਕਰੋ। 1 ਦਾ ਵਰਗ 1, 2 ਦਾ 4, 3 ਦਾ 9, 4 ਦਾ 16, 5 ਦਾ 25, 6 ਦਾ 36, 7 49, 8 64, 9 81 है ना। ਇਹਨਾਂ ਨੇ ਕੀ ਕਿਹਾ? 3m। 3m ਦਾ ਮਤਲਬ 3 ਤੇ ਵੰਡਿਆ ਜਾਣਾ ਚਾਹੀਦਾ ਹੈ। ਆਪਾਂ ਦੇਖਦੇ ਹਾਂ ਵਰਗ। ਆਹ 3 ਤੇ ਵੰਡਿਆ ਗਿਆ, ਦੇਖੋ ਆਹ 3 ਤੇ ਵੰਡਿਆ ਗਿਆ, ਆਹ 3 ਤੇ ਵੰਡਿਆ ਗਿਆ। ਤਾਂ ਇਹਦਾ ਮਤਲਬ ਇਹਨਾਂ ਦਾ ਰੂਪ 3m ਹੈ ਕਿਉਂਕਿ ਇਹ 3 ਦੇ ਪਹਾੜ ਤੇ ਵੰਡੇ ਜਾਂਦੇ ਆ। ਜਾਂ 3m plus 1। ਹੁਣ ਇਹਦਾ ਮਤਲਬ ਕੀ ਹੋ ਗਿਆ? 3 ਨਾਲ ਵੰਡਣ ਤੋਂ ਬਾਅਦ 1 ਬਾਕੀ ਬਚਣਾ ਚਾਹੀਦਾ ਹੈ। ਇਹਨੂੰ 3 ਤੇ ਵੰਡਿਆ, ਬਾਕੀ 1 ਬਚ ਗਿਆ। ਇਹਨੂੰ 3 ਤੇ ਵੰਡਿਆ, ਬਾਕੀ 1 ਬਚ ਗਿਆ। ਇਹਨੂੰ 3 ਤੇ ਵੰਡਿਆ 15, ਬਾਕੀ 1 ਬਚ ਗਿਆ। ਇਹਨੂੰ 3 ਤੇ ਵੰਡਿਆ 24, ਬਾਕੀ 1 ਬਚ ਗਿਆ। ਇਹਨੂੰ 3 ਤੇ ਵੰਡਿਆ 48, ਬਾਕੀ 1 ਬਚ ਗਿਆ। 63, ਬਾਕੀ 1, 99, 1। ਤਾਂ ਇਹਦਾ ਮਤਲਬ ਕੀ ਹੋ ਗਿਆ? ਦੇਖੋ ਧਿਆਨ ਨਾਲ, ਕੋਈ ਵੀ ਸੰਖਿਆ ਦਾ ਵਰਗ ਕਰਾਂਗੇ ਜਾਂ ਤਾਂ 3m ਦੇ ਵਿੱਚ ਹੋਊਗਾ ਜਾਂ 3m plus 1 ਦੇ ਰੂਪ ਦੇ ਵਿੱਚ। ਤਾਂ ਇਹਦਾ ਮਤਲਬ ਜਿਹੜੇ ਰਿਜ਼ਲਟ ਬਣਦੇ ਨੇ ਨਾ, ਇਹ ਟਰੂ ਰਿਜ਼ਲਟਸ ਹੁੰਦੇ ਨੇ। ਇਹ ਆਪਣੀਆਂ ਸੰਖਿਆਵਾਂ ਦੇ ਵਿੱਚ ਹੀ ਰਿਲੇਸ਼ਨ ਪਾਏ ਹੁੰਦੇ ਨੇ। ਠੀਕ। ਤਾਂ ਹੁਣ ਉਹੀ ਗੱਲ, ਆਪਾਂ ਵੰਡਣਾ ਕਿਹਦੇ ਨਾਲ ਹੈ? ਇਹਨੂੰ 3 ਦੇ ਨਾਲ। ਯੂਕਲਿਡ ਵੰਡ ਪ੍ਰਮੇय ਦੁਆਰਾ A ਬਰਾਬਰ BQ plus R। ਕਿੰਨੇ ਨਾਲ ਵੰਡਿਆ? 3 ਨਾਲ। ਤਾਂ B ਨੂੰ ਕੀ ਲੈ ਲਿਆ? 3। Q ਦੀ ਥਾਂ ਤੇ ਤੁਸੀਂ M ਭਰ ਦੋ। ਤਾਂ ਆਪਣੇ ਕੋਲ ਕੀ ਆ ਗਿਆ? ਦੇਖੋ 3m plus R। ਤੇ ਜਦੋਂ 3 ਨਾਲ ਵੰਡਿਆ, ਬਾਕੀ 0, 1 ਅਤੇ 2 ਹੈ ਨਾ। ਅਗਰ ਬਾਕੀ 0, 3m plus 0, 3m। ਅਗਰ ਬਾਕੀ 1, 3m plus 1, ਇਹ ਹੱਲ ਨਹੀਂ ਹੁੰਦੇ। ਅਗਰ ਬਾਕੀ 2, ਤਾਂ ਇਹ ਕਿੰਨਾ ਹੋ ਗਿਆ? 3m plus 2। ਠੀਕ ਹੋ ਗਿਆ। ਲੇਕਿਨ ਹੁਣ ਆਪਾਂ ਨੂੰ ਦੇਖੋ ਕਿਹਾ ਕੀ ਹੈ? ਅਗਰ ਆਪਾਂ ਰਕਮ ਨੂੰ ਪੜ੍ਹੀਏ ਧਿਆਨ ਨਾਲ, ਵਰਗ ਕਿਹਾ ਹੈ। ਇੱਥੇ ਆਪਾਂ ਨੂੰ ਕੀ ਕਿਹਾ? ਵਰਗ ਕਿਹਾ ਹੈ। ਤਾਂ ਉਰੇ ਵਰਗ ਕਰੋ। ਇਹਦਾ ਵਰਗ ਕੀਤਾ 3 9। ਇਹਦਾ ਵਰਗ ਕੀਤਾ, ਫਾਰਮੂਲਾ ਬਣਿਆ a plus b ਦੀ 2 ਘਾਤ a ਦੀ 2 plus 2ab plus b ਦੀ 2, 9m ਦੀ 2 plus 6m plus 1। ਧਿਆਨ ਰੱਖਣਾ ਇੱਥੇ ਆਪਣੇ ਕੋਲੇ ਫਾਰਮੂਲਾ ਬਣੂਗਾ a plus b ਦੀ ਘਾਤ 2। ਆਪਾਂ ਇੱਥੇ ਦੇਖਿਆ a ਦੀ 2, a ਦੀ 2 plus 2ab plus b ਦੀ 2। 3 9, 3 दूनी 6 दूनी 12m plus 1। ਤਾਂ ਦੋਸਤੋ ਇੰਨਾ ਆਪਣੇ ਕੋਲੇ ਆ ਚੁੱਕਿਆ ਹੈ। ਹੁਣ ਕਰੀਏ ਕੀ? ਉਹੀ ਗੱਲ ਤੇ ਮੈਂ ਬੈਕ। 3m ਦਾ ਮਤਲਬ ਕੀ ਹੈ? ਪਹਿਲਾਂ ਤਾਂ ਇਹ ਸਮਝਣ ਦੀ ਕੋਸ਼ਿਸ਼ ਕਰੋ 3m ਅਸਲ ਦੇ ਵਿੱਚ ਕੀ ਹੈ। 3m ਦਾ ਮਤਲਬ ਹੋ ਗਿਆ ਸੰਖਿਆ 3 ਤੇ ਵੰਡੀ ਗਈ। ਤੇ 3m plus 1 ਦਾ ਮਤਲਬ ਕੀ ਹੋ ਗਿਆ? 3 ਨਾਲ ਵੰਡਣ ਤੋਂ ਬਾਅਦ ਬਾਕੀ 1 ਬਚ ਗਿਆ। ਤਾਂ ਆਪਾਂ ਚੈੱਕ ਕਰਦੇ ਹਾਂ। ਆਪਣੇ ਕੋਲੇ ਆ ਹੈ, ਇਹਨੂੰ 3 ਨਾਲ ਵੰਡੋ। ਕੀ ਇਹ 3 ਤੇ ਵੰਡੀ ਜਾਂਦੀ ਹੈ? ਹਾਂਜੀ, ਇਹ 3 ਤੇ ਵੰਡੀ ਜਾਂਦੀ ਹੈ। ਤਾਂ ਇਹਦਾ ਮਤਲਬ ਇਹ ਆਪਣੇ ਕੋਲੇ, ਤੁਸੀਂ ਚਾਹੇ ਤਾਂ ਇਹਦੇ ਗੁਣਨਖੰਡ ਬਣਾ ਲਓ। ਦੇਖੋ 3 ਸਾਂਝਾ ਕੱਢ ਲਿਆ ਤੇ ਇਹ ਆ ਗਿਆ 3m ਦੇ ਰੂਪ ਦੇ ਵਿੱਚ। ਰੂਪ ਆ ਗਿਆ। ਹੁਣ ਮੈਂ ਇੱਥੇ ਗੱਲ ਕਰਾਂ, ਇਹ ਕਿਉਂ ਆਇਆ? ਮੈਂ ਇਸ ਦੀ ਗੱਲ ਵੀ ਕਰਦਾ। ਇਹਨੂੰ 3 ਨਾਲ ਵੰਡਿਆ, ਵੰਡੀ ਗਈ। ਇਹਨੂੰ 3 ਨਾਲ ਵੰਡਿਆ, 6 ਵੰਡਿਆ ਗਿਆ। ਪਿੱਛੇ ਕਿੰਨਾ ਬਾਕੀ ਬਚ ਗਿਆ ਦੋਸਤੋ? 1 ਬਚ ਗਿਆ। ਤਾਂ ਜਿਹੜਾ ਇਹਦਾ ਰੂਪ ਹੈ ਉਹ ਕਿਹੜਾ ਰੂਪ ਹੈ? 3m plus 1। ਇੱਥੇ ਆਹ 3 ਨਾਲ ਵੰਡੀ ਗਈ, ਵੰਡੀ ਗਈ। ਆਹ 3 ਨਾਲ ਉਰੇ 2 दूनी 4। ਆਹ 3 ਨਾਲ ਵੰਡੀ ਗਈ, ਵੰਡੀ ਗਈ। ਇਹਨੂੰ 3 ਨਾਲ ਵੰਡਿਆ,
बाकी कितना बच गया 1। तो यदा मतलब ये किहड़े रूप च आ गई? पहला तो क्वेश्चन देखो होना की करांगे, क्वेश्चन का मतलब समझो 3 नाल वंडन ते पूरा वंडिया गया, इनू वंडिया बाकी 1 बच गया, इनू वंडिया बाकी 1 बच गया। क्वेश्चन की सेंस अपनी खत्म हो गई, जो क्वेश्चन आप करना से खत्म हो गया। हुण इनू आप M क्यों लिखिया? ये बहुत बड़ा क्वेश्चन है, इनू M क्यों लिखिया? क्वेश्चन हो गया, इसलिए किसे आप लिख देंगे किसी भी संख्या का वर्ग 3M या 3M+1 के रूप दे विच हुंदा है। नीचे आप वो लाइन लिख के क्वेश्चन नू खत्म कर देंगे। इसलिए किसी भी संख्या का वर्ग 3M या 3M+1 के रूप विच हुंदा है। हुण इत्थे रूप लिखा, पहली गल आप उसकी गल करती। हुण जिहड़ी मैं गल कीती सी, देखो मैं 3M की 2 नूं M लिखिया सी, तुहाडे दिमाग च चल रहा होगा क्यों लिखिया। दोस्तों इत्थे M असल दे विच पता की है, M कोई फिक्स कीमत नहीं हैगी। मैं एक उदाहरण लैना, 10वीं क्लास दे विच मुंडे कुड़ियां ने, कुड़ियां नूं मैं G का नाम देता ग्रुप, मुंडियां नूं मैं B का नाम देता, है ना। ग्रुप के नाम देते गर्ल्स बॉयज़, कुड़ियां नूं मैं G का नाम देता, मैं मुंडियां नूं B का नाम देता। 2 लड़कियां क्लास दे विच होर नवीआं आ गईयां, है ना, तो तुसीं उत्थे G+2 कहोगे या उसे नूं भी G कहोगे? पहला क्वेश्चन, तुसीं उहनूं G ही कहोगे। क्यों? क्योंकि वो तो एक ग्रुप नूं रिप्रजेंट कर रहा है। G कोई कीमत नहीं हैगी, वो एक ग्रुप है। किहड़ा ग्रुप है? जिस दे विच सारियां लड़कियां ने। तो अगर 2 लड़कियां आ जाणगियां फिर भी G है, 2 लड़कियां चलियां जाणगियां फिर भी G है। सेम चीज़ इत्थे M एक संपूर्ण संख्या है इत्थे, तो जो M संपूर्ण संख्या है तो संपूर्ण संख्या का वर्ग करांगे वो भी संपूर्ण संख्या आऊगी, उन्होंने 3 दे नाल गुना करांगे वो भी की आऊगी, संपूर्ण संख्या ही आऊगी। इसे करके आप इत्थे इहनूं M दे नाल रिप्रजेंट किया है। तो यह सिस्टम हुंदा है, क्योंकि इत्थे जो M है ना, M वो एक कीमत नूं नहीं दर्शा रहा, M इत्थे पूरे ग्रुप नूं दर्शा रहा है। तो उस टाइम उत्थे प्लस माइनस करांगे कोई फर्क नहीं पैंदा। आप नैक्सट उदाहरण लेके चलते हैं। पता करो किसी संख्या दा घन 9M, 9M+1 ਜਾਂ 9M+8 ਦੇ रूप विच हुंदा है, जिथे M एक संपूर्ण संख्या है। यूक्लिड द्वारा A बराबर BQ+R। हुण उरे किन्ने नाल वंडिया गया है? 9 नाल। तो दोस्तों जे 9 नाल वंडोगे ना तो उरे 9 केस बनणगे। आपां उरे की लैके चलांगे? 3 लैके चलांगे। क्यों? Q की जगह आ गया M, जो आप पहला गल की है। कारण आप घन करना है ना, ਜਦੋਂ ਆਪਾਂ 3 ਦਾ ਘਨ ਕੀਤਾ 3 9 9 27 ਉਹ 9 ਤੇ ਵੰਡਿਆ ਜਾਊਗਾ। ਤਾਂ ਜੇ ਤਾਂ ਦੇਖੋ 9 ਲੈ ਕੇ ਚੱਲੋਗੇ ਤਾਂ ਤੁਹਾਨੂੰ 9 ਕੇਸ ਬਣਾਉਣੇ ਪੈਣਗੇ, 0 ਤੋਂ ਲੈ ਕੇ 8 ਤੱਕ 9 ਕੇਸ ਬਣਨਗੇ। ਪਰੰਤੂ ਆਪਾਂ ਨੂੰ ਪਤਾ ਹੈ ਆਪਾਂ ਨੂੰ ਘਨ ਚਾਹੀਦਾ, ਤਾਂ ਜਦੋਂ 3 ਆ ਗਿਆ 3 ਦਾ ਘਨ ਕੀ ਆ ਗਿਆ 27, ਉਹ 9 ਤੇ ਵੰਡਿਆ ਜਾਊਗਾ। ਤਾਂ ਕੁਐਸਚਨ ਨੂੰ ਸੌਖਾ ਕਰਨ ਦੇ ਲਈ ਆਪਾਂ ਕੀ ਕੀਤਾ? 3 ਲੈ ਲਿਆ। M ਚਾਹੀਦਾ, Q ਦੀ ਜਗ੍ਹਾ ਤੇ ਕੀ ਆ ਗਿਆ? M। ਹੁਣ 3 ਨਾਲ ਵੰਡਿਆ R0, R1, R2, R0 3M+0 बराबर 3M। ਆਪਾਂ ਨੂੰ ਕੀ ਚਾਹੀਦਾ ਹੈ? ਘਨ। 3 9 9 27। R1 1 ਭਰਿਆ, 3M+1 ਘਨ ਕਰੋ, ਆ ਗਿਆ। ਹੁਣ ਇੱਥੇ ਦੇਖੋ ਕੀ ਹੋਊਗਾ, ਇੱਥੇ ਫਾਰਮੂਲਾ ਲੱਗਣਾ ਹੈ A+B ਦੀ ਘਾਤ 3 ਦਾ। A ਦੀ 3 प्लस B ਦੀ 3 प्लस 3AB A+B। 3 9 9 27, 1 ਦੀ ਘਾਤ 3 1, 3 9M 3M+1, 27M ਦੀ 3 प्लस 1, 9 ਦੀ 3 ਨਾਲ ਗੁਣਾ ਕੀਤੀ, 27M ਦੀ 2, 9M ਦੀ 1 ਨਾਲ ਗੁਣਾ ਕੀਤੀ, 9M। ਤਾਂ ਇਹ ਆਪਸ ਨਹੀਂ ਹੱਲ ਹੁੰਦੇ। ਹੁਣ ਆਪਾਂ ਤੀਸਰੇ ਕੇਸ 'ਚ ਚੱਲਦੇ ਹਾਂ। A बराबर 3M+2 ਘਨ ਕਰਨ ਤੇ
3m प्लस 2 की घात 3 फॉर्मूला a की 3 प्लस b की 3 प्लस 3ab a प्लस b तीयो तीयो 9 9 तीया 27 क्योंकि 3 बार घात करनी है 2 दूनी 4 4 दूनी 8 तीयो तीयो 9 9 दूनी 18 27 m की 3 प्लस 8 18 तीए 54 m की 2 18 दूनी 36 है। तो हल करके अपने कोले आ 3 केस बन गए। हुण आपां देखो किहदे नाल वंडना है 9 नाल की यह 9 ते वंडिया जाता है हाँ जी क्योंकि ਇਹਦਾ मतलब की है 9m 9 ਤੇ ਵੰਡਿਆ ਗਿਆ 9m प्लस 1 का मतलब 9 ਨਾਲ ਵੰਡਣ ਤੋਂ ਬਾਅਦ 1 ਬਾਕੀ ਬਚ ਗਿਆ 9m प्लस 8 का मतलब 9 ਨਾਲ ਵੰਡਣ ਤੋਂ ਬਾਅਦ 8 ਬਾਕੀ ਬਚ ਗਿਆ। ਇਹ ਪੂਰਾ 9 ਤੇ ਵੰਡਿਆ ਗਿਆ ਜੇ ਅਗਰ ਆਪਾਂ ਨੇ ਸ਼ਾਰਟ ਫਾਰਮ ਚ ਲਿਖਣਾ ਹੋਵੇ ਆ ਲਿਖਿਆ ਗਿਆ ਹੈ ਨਾ ਇਹ 9 ਤੇ ਵੰਡਿਆ ਗਿਆ ਆ ਵੀ 9 ਤੇ ਵੰਡਿਆ ਗਿਆ ਇਹ ਬਚ ਗਿਆ 9 ਤੀਆ 27 9 एकम 9 ਤਾਂ ਇਹਦਾ मतलब ਕੀ ਹੋਇਆ ਕੱਲਾ ਇੱਕ ਆਪਣੇ ਕੋਲੇ ਬਚ ਗਿਆ ਪਿੱਛੇ ਕੀ ਰਹਿ ਗਏ ਆਹ ਰਹਿ ਗਏ ਇਹਨਾਂ ਤਿੰਨਾਂ ਦੇ ਵਿੱਚੋਂ 9 ਸਾਂਝਾ ਕੱਢਿਆ 3m ਦੀ 3 प्लस 3m ਦੀ 2 प्लस 1m ਉਹ ਇੱਕ ਬਚ ਗਿਆ। ਹੁਣ ਦੇਖੋ 9 ਨਾਲ ਵੰਡਣ ਤੋਂ ਬਾਅਦ ਇੱਕ ਬਚ ਗਿਆ ਅੱਗੇ ਇਹਨੂੰ 9 ਇਹ ਵੰਡਿਆ ਗਿਆ 9 ਤੀਆ 27 8 ਨਹੀਂ ਵੰਡਿਆ ਜਾਂਦਾ 54 ਵੰਡਿਆ ਗਿਆ 36 ਵੰਡਿਆ ਗਿਆ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ 9 ਸਾਂਝਾ ਕੱਢੋ 9 ਤੀਆ 27 9 ਛੀਕੇ 54 9 ਚੌਕਾ 36 प्लस 8 ਤੇ ਜਦੋਂ ਆਪਾਂ ਰੂਪ ਦੀ ਗੱਲ ਕਰਾਂਗੇ ਚਾਹੇ 3m ਹੋਵੇ ਕੱਲਾ m ਇਹ ਤਾਂ ਕੀ ਨੇ ਸੰਪੂਰਨ ਸੰਖਿਆਵਾਂ ਨੇ ਨਾ ਤਾਂ ਇਹ ਕਿਹੜਾ ਰੂਪ ਹੋ ਗਿਆ ਦੋਸਤੋ 9m ਇਹ ਕਿਹੜਾ ਹੋ ਗਿਆ 9m प्लस 1 ਤੇ ਇਹ ਕਿਹੜਾ ਹੋ ਗਿਆ 9m प्लस 8 ਤਾਂ ਇਹਦਾ ਮਤਲਬ ਕੀ ਹੋ ਗਿਆ ਜਦੋਂ ਆਪਾਂ ਕਿਸੇ ਵੀ ਸੰਖਿਆ ਦਾ ਘਨ ਕਰਾਂਗੇ ਉਹ 9 ਤੇ ਵੰਡੀ ਜਾਂਦੀ ਹੈ ਇੱਕ ਬਾਕੀ ਬਚਦਾ ਤੇ 8 ਕਿਵੇਂ ਮੈਂ ਉਦਾਹਰਨ ਫੇਰ ਲੈ ਰਿਹਾ ਸਮਝਾਉਣ ਦੇ ਲਈ ਤੁਹਾਨੂੰ 1 2 3 4 5 6 ਆਪਾਂ ਕੁਝ ਉਦਾਹਰਨਾਂ ਘਨ ਕੀਤਾ 1 ਦਾ ਘਨ 1 2 ਦਾ 8 3 ਦਾ 27 4 ਦਾ 64 5 125 6 216 7 343 मैं कुछ संख्यावां दे आपां लै लैंदे आ 9 नाल वंडो उरे बाकी लिख रहा 9 नाल वंडिया ये नहीं वंडिया जाता ये वंडिया नहीं जाता ये वंडिया गया 9 7 63 1 117 8 बच गया ये वंडिया गया इनू वंडदे 9 तीया 27 63 पूरा वंडिया गया नहीं 9 तीया 27 73 1 बच गया ਤਾਂ ਇਸ ਤਰੀਕੇ ਨਾਲ ਚੈੱਕ ਕਰੋ ਦੇਖੋ 9 ਨਾਲ ਵੰਡਣ ਤੋਂ ਬਾਅਦ 1 ਬਾਕੀ ਬਚ ਰਿਹਾ 9 ਨਾਲ ਵੰਡਣ ਤੋਂ ਬਾਅਦ 8 ਬਚ ਰਿਹਾ ਪੂਰਾ ਵੰਡਿਆ ਗਿਆ 1 ਬਾਕੀ ਬਚ ਗਿਆ 8 ਬਾਕੀ ਬਚ ਗਿਆ ਪੂਰਾ ਵੰਡਿਆ ਗਿਆ 1 ਬਾਕੀ ਬਚ ਗਿਆ ਤੇ ਆਪਾਂ ਇਹੀ ਗੱਲ ਕੀਤੀ ਹੈ ਨਾ ਤਾਂ ਇਹੀ ਆਪਣਾ ਕੁਐਸਚਨ ਹੈ ਜਿਹੜੇ ਕੁਐਸਚਨ ਨੇ ਇਹ ਅਸਲ ਦੇ ਵਿੱਚ ਕੀ ਹੈ ਦੋਸਤੋ ਸਟੈਂਡਰਡ ਰਿਜ਼ਲਟਸ ਨੇ ਤਾਂ ਆਪਾਂ ਫਿਰ ਕੀ ਲਿਖ ਸਕਦੇ ਹਾਂ ਇਸ ਲਈ ਹਰੇਕ ਸੰਖਿਆ ਦਾ ਘਨ नौ एम ਜਾਂ 9m प्लस 1 ਜਾਂ 9m प्लस 8 ਦੇ ਰੂਪ ਵਿੱਚ ਹੁੰਦਾ ਹੈ ਤਾਂ ਇਹ ਸੀ ਆਪਣਾ ਟੌਪਿਕ ਯੂਕਲਿਡ ਵੰਡ ਪ੍ਰਮੇୟ ਰਾਹੀਂ ਨੰਬਰਾਂ ਦੀ ਰਚਨਾ ਥੈਂਕ ਯੂ